बोलो जी सतनाम श्री वाहेगुरु सतनाम श्री वाहेगुरु। बिलावल महला पंजवा। गोबिंद सिमर होआ कल्याण, मिटी अपाद भै सुख साचा, अंतर जामी सिमरिया जान। रहाओ। धन गुरु पंचम पातशाह महाराज फरमान कर रहा है, दस रहा अपना नहीं दा तजर्बा, सानू समझा रहा है भी मुक्ति प्राप्त होई, सुख मिलिया, कल्याण हो गई, दुख सदा वास्ते जाते रहे। संसार विच फसे हुए लोग माया करके जिस तड़फना विच लगे रहिंदे, उहदे तो मैं आज़ाद होया होया, मुक्त हाँ, सुखी हाँ। किवें? परमेश्वर का नाम जप के, वाहिगुरू की बंदगी करके, गोबिंद सिमर, उस परमात्मा नूं, वाहिगुरू नूं, धरती के मालक नूं, सृष्टि के मालक नूं सिमरिया कीता ते सिमरन नाल मुक्ति मिल गई। सिमरद्यां सिमरद्यां असली गल का पता लग गया। बार बार परमात्मा नूं चेते करन नाल जिहड़े चेते परिवार संसार दे आउंदे सी, माया भी आउंदे सी, हौली हौली फिक्के पै गए। रब नाल फिर सांझ बन गई। रसना 24 घंटे परमेश्वर का जाप कर दी। ये उत्तम विचार जिहदे हिरदे अंदर प्रवेश कर जाण, वो मुक्त हो जाता, सुखी हो जाता। समझ आ जाती जिन्हों भी सतगुरु फरमान कर रहा, मैं परमात्मा की बंदगी की तो मैं सुखी हो गया, मुक्त हो गया। तो जे असीं भी सिमरन करांगे, याद करांगे, असीं भी सुखी हो जावांगे। मिटी अपाद भया सुख साचा, यादियां व्यादियां उपाधियां ये बनाई हुई सृष्टि परमात्मा की, ਇਹਦੇ ਵਿੱਚ ਰਚ ਮਿਚ ਕੇ ਗੱਲਾਂ ਬਾਤਾਂ ਕਰਕੇ ਦ્વੈਤ ਭਾਵ ਵਿੱਚ ਫਸ ਕੇ ਮਨੁੱਖ ਦੁਖੀ ਹੁੰਦਾ ਰਹਿੰਦਾ ਤੇ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਮੈਨੇ ਉਸ ਪਰਮਾਤਮਾ ਨੂੰ ਚੇਤੇ ਕੀਤਾ, ਯਾਦ ਕੀਤਾ, ਬੰਦਗੀ ਕੀਤੀ, ਸਭ ਤਰ੍ਹਾਂ ਦੇ ਸੁੱਖ ਨਸੀਬ ਹੋਏ। ਉਪਾਧੀਆਂ ਵਿਆਧੀਆਂ ਸਦਾ ਵਾਸਤੇ ਮੁੱਕ ਗਈਆਂ। परमेश्वर नाल प्रेम बन गया। सिमरद्यां सिमरद्यां उस अंतरजामी परमात्मा के गुणां नूं गाउंदियां गाउंदियां असल गल का पता लग गया तो वो महान सुख प्राप्त होया, जिहड़े सुख नूं वडे वडे मुनी ऋषि प्राप्त करने का यतन करदे। संसारी लोग तो भोग पदार्थां दे थोड़े चिरे सुख विच फसे रहिंदे। सतगुरु जी इस तरह दुखों तो बाहर कढ़ण वास्ते ज्ञान देंदे। मिटी अपाद भया सुख साचा, अंतरजामी सिमरिया जान। सही गुरु के उपदेश नाल, ठीक तरीके दे नाल जदों परमात्मा की बंदगी की तो फिर सुख मिल गया। पूर्ण गुरु की संगत करके जे सही तरीके नाल जाप किया जाए तो फिर सुख मिल जाता, मुक्ति हो जाती। पहलों जानकारी प्राप्त करने की लोड़ पैंदी है, सत्संगत विचों अमोलक बचन सुन के अपने मन के विचारां नूं बदलना पैंदा। फिर बाहरी चेते जिहड़े
ਦ્વੈਤ ਭਾਵ ਦੇ ਸਾਖਤਾ ਮਨ ਪੁਰਸ਼ਾਂ ਨੂੰ ਆਉਂਦੇ ਰਹਿੰਦੇ। ਉਹ ਮਨ ਦੇ ਵਿਚਾਰ ਗੁਰੂ ਗਿਆਨ ਦੁਆਰਾ ਜਦੋਂ ਸ਼ੁੱਧ ਹੋ ਜਾਂਦੇ ਤੇ ਉਹ ਬੁਰੇ ਵਿਚਾਰ ਹਿਰਦੇ 'ਚ ਜਾਂਦੇ ਰਹਿੰਦੇ। ਜਿਸ ਕੇ ਜੀ ਤਿਨ ਕੀਏ ਸੁਖਾਲੇ, ਭਗਤ ਜਨਾਂ ਕੋ ਸਾਚਾ ਤਾਣ। ਵਾਹਿਗੁਰੂ ਨੂੰ, ਪਰਮਾਤਮਾ ਨੂੰ ਭਗਤ ਪਿਆਰੇ ਲੱਗਦੇ, ਚੰਗੇ ਲੱਗਦੇ, ਕਿਉਂਕਿ ਨਾਮ ਜਪਦੇ, ਕਿਉਂਕਿ ਸਦਾ ਸੁਖੀ ਰਹਿੰਦੇ। ਸਦਾ ਸੁਖੀ ਰਹਿਣ ਦਾ ਇੱਕੋ ਹੀ ਸਾਧਨ ਹੈ ਪਰਮਾਤਮਾ ਨੂੰ ਪਛਾਣਨਾ, ਆਤਮਾ ਕਰਕੇ ਹਿਰਦੇ ਅੰਦਰ ਉਸ ਵਾਹਿਗੁਰੂ ਨੂੰ ਜਾਣਨਾ। ਇੱਕ ਦਿਨ ਆਪਣੇ ਆਪ ਨੂੰ ਪਛਾਣਦਿਆਂ ਪਰਮਾਤਮਾ ਦੀ ਪਛਾਣ ਹੋ ਆਉਂਦੀ। ਸਵਾਸ ਅੰਦਰ ਜਾਂਦਿਆਂ ਜਦੋਂ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਤੇ ਜਿਹੜੇ ਚੇਤੇ ਮਾਇਆ ਤੇ ਮੋਹ ਦੇ ਆਉਂਦੇ ਉਹਨਾਂ ਨੂੰ ਤਿਆਗ ਤੇ ਵੈਰਾਗ ਕਰਕੇ ਭੁਲਾਇਆ ਜਾਂਦਾ। ਫਿਰ ਸੱਚਾਈ ਗੁਰੂ ਸਾਹਿਬ ਕਹਿੰਦੇ ਸਾਹਮਣੇ ਆ ਜਾਂਦੀ। ਇਸ ਤਰ੍ਹਾਂ ਉਸ ਪਰਮਾਤਮਾ ਨੂੰ ਗੁਰੂ ਦੇ ਪਿਆਰੇ ਭਗਤ ਜਪਦੇ ਤੇ ਸੁਖੀ ਹੋ ਜਾਂਦੇ। ਸਿਰ ਤੇ ਸਿਰਫ ਪਰਮੇਸ਼ਰ ਦਾ ਹੀ ਓਟ ਆਸਰਾ ਰੱਖਦੇ। ਤਦ ਕਰਕੇ ਜਿੰਨਾ ਵੀ ਲੋਕ ਸੰਸਾਰੀ ਓਟ ਆਸਰਾ ਰੱਖਦੇ, ਪਰਮਾਤਮਾ ਦਾ ਆਸਰਾ ਨਹੀਂ ਰੱਖਦੇ, ਤਦ ਦੁਖੀ ਹੁੰਦੇ। ਦਾਸ ਆਪਣੇ ਕੀ ਆਪੇ ਰਾਖੀ, ਭੈ ਭੰਜਨ ਉੱਪਰ ਕਰਤੇ ਮਾਣ। ਕਿਉਂਕਿ ਅਸੀਂ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਅੰਤਰਾਤਮਾ ਨੂੰ ਚੇਤੇ ਕਰਦੇ ਰਹਿੰਦੇ। ਤੇ ਜਿਹਨੇ ਵੀ ਇਸ ਤਰੀਕੇ ਦੇ ਨਾਲ ਚੇਤਾ ਕੀਤਾ, ਯਾਦ ਕੀਤਾ, ਉਹ ਭੌਜਲ ਸੰਸਾਰ ਤੋਂ ਪਾਰ ਹੋ ਗਿਆ। ਉਹ ਗੁਰੂ ਦੇ ਪਿਆਰੇ ਨਾਮ ਜਪ ਕੇ ਸੁਖੀ ਹੋ ਗਏ, ਕਿਉਂਕਿ ਉਹਨਾਂ ਦੀ ਪ੍ਰੀਤ ਸਿਰਫ ਪਰਮਾਤਮਾ ਨਾਲ ਆ ਤੇ ਆਪਣਾ ਸਭ ਕੁਝ ਵਾਹਿਗੁਰੂ ਨੂੰ, ਪਰਮਾਤਮਾ ਨੂੰ ਜਾਣਦੇ, ਤਦ ਸੁਖੀ ਹੁੰਦੇ। ਗੋਬਿੰਦ ਸਿਮਰ ਹੋਆ ਕਲਿਆਣ, 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 ਗੋਬਿੰਦ ਸਿਮਰ ਹੋਆ ਕਲਿਆਣ। ਮਿਟੀ ਉਪਾਦ ਭਇਆ ਸੁਖ ਸਾਚਾ, ਮਿਟੀ ਉਪਾਦ ਭਇਆ ਸੁਖ ਸਾਚਾ, ਮਿਟੀ ਉਪਾਦ ਭਇਆ ਸੁਖ ਸਾਚਾ, ਮਿਟੀ ਉਪਾਦ ਭਇਆ ਸੁਖ ਸਾਚਾ। ਅੰਤਰਜਾਮੀ ਸਿਮਰਿਆ ਜਾਣ, 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 ਅੰਤਰਜਾਮੀ ਸਿਮਰਿਆ ਜਾਣ। ਇਸ ਤਰੀਕੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ। ਜਿਹਨੇ ਵੀ ਅੰਤਰਜਾਮੀ ਪਰਮਾਤਮਾ ਦਾ ਜਸ ਕੀਤਾ, ਉਹ ਪਰਮਾਤਮਾ ਜਿਹੜਾ ਸਾਡੇ ਹਿਰਦੇ ਅੰਦਰ ਸਾਡੇ ਵਿਚਾਰਾਂ ਨੂੰ ਜਾਣਦਾ। ਇਸ ਕਰਕੇ ਮਨ ਦੇ ਅੰਦਰ ਬੁਰੇ ਖੋਟੇ ਵਿਚਾਰ ਨਹੀਂ ਹੁੰਦੇ। ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਜਾਪ ਕੀਤਾ, ਉਹ ਸੁਖੀ ਹੋ ਗਏ, ਮਹਾਨ ਆਨੰਦਿਤ ਹੋ ਗਏ, ਰਾਗ ਦਵੇਸ਼ ਤੋਂ ਉੱਪਰ ਉੱਠ ਗਏ। ਕਿਉਂਕਿ ਮੋਹ ਤੇ ਹਉਮੈ ਹਰ ਮਨੁੱਖ ਨੂੰ ਦੁਖੀ ਕਰਦੇ ਰਹਿੰਦੇ। ਕਿਵੇਂ ਸਤਿਗੁਰੂ ਜੀ ਨੂੰ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਮਿਲੇ, ਪੁੱਛਦੇ, ਬੇਨਤੀ ਕਰਦੇ, ਸਤਿਗੁਰੂ ਇਸ ਸ੍ਰਿਸ਼ਟੀ ਦੀ ਰਚਨਾ ਦੀ ਜਾਣਕਾਰੀ ਦਿਓ। ਕਿਵੇਂ ਪਰਮਾਤਮਾ ਨੇ ਸਭ ਕੁਝ ਰਚਿਆ, ਕਿਵੇਂ ਪਰਮੇਸ਼ਰ ਹਰ ਇੱਕ
ਮਨੁੱਖ ਦੇ ਹਿਰਦੇ 'ਚ ਰਹਿੰਦਾ, ਉਹਨਾਂ ਦੀਆਂ ਵਿਚਾਰਾਂ ਨੂੰ ਜਾਣਦਾ, ਖਿਆਲਾਂ ਨੂੰ ਜਾਣਦਾ। ਜਿਵੇਂ ਪਰਮਾਤਮਾ ਅੰਤਰਜਾਮੀ ਆ, ਕੱਲੇ ਕੱਲੇ ਜੀਵ ਨੂੰ 84 ਲੱਖ ਜੂਨ ਪਾਣੀ ਵਿੱਚ ਤੇ 84 ਲੱਖ ਪਾਣੀ ਤੋਂ ਬਾਹਰ, ਹਰ ਇੱਕ ਦੇ ਮਨਾਂ ਨੂੰ ਪਰਮਾਤਮਾ ਚੰਗੀ ਤਰ੍ਹਾਂ ਜਾਣਦਾ। ਇਹ ਗੁਣ ਵਾਹਿਗੁਰੂ ਦੇ, ਪਰਮਾਤਮਾ ਦੇ, ਪਰਮੇਸ਼ਰ ਦੇ ਗੁਣ ਹੈ। ਜਿਹਨੂੰ ਇਸ ਤਰ੍ਹਾਂ ਸਮਝ ਪੈ ਗਈ, ਉਹਨੇ ਹੌਲੀ ਹੌਲੀ ਨਾਮ ਨੂੰ ਪਕਾ ਲਿਆ, ਸੁਖੀ ਹੋਇਆ। ਬ੍ਰਹਮਾ ਜਾਪ ਕਰ ਰਿਹਾ ਭਗਵਾਨ ਦਾ, ਪਰਮੇਸ਼ਰ ਨੇ ਧੁਨੀ ਵਿੱਚੋਂ ਕਮਲ ਫੁੱਲ ਪੈਦਾ ਕੀਤਾ। ਬ੍ਰਹਮਾ ਉਸ ਕਮਲ ਫੁੱਲ ਤੇ ਬੈਠਾ ਹੋਇਆ, ਵੇਖਦਾ ਸਾਰੇ ਬੰਨੇ ਪਾਣੀ ਪਾਣੀ ਆ, ਜਾਂ ਫਿਰ ਮੈਂ ਆ, ਹੋਰ ਤੇ ਕੋਈ ਹੈ ਨਹੀਂ। ਜਪ ਕਰਦਾ, ਤਪ ਕਰਦਾ ਪਰਮਾਤਮਾ ਦਾ, ਪਰ ਪੂਰਨ ਗੁਰੂ ਤੋਂ ਬਿਨਾਂ ਹਉਮੈ ਨੇ ਦੁਖੀ ਕੀਤਾ। ਤੇ ਫਿਰ ਜਾਣਨ ਲੱਗਾ ਵੀ ਸਿਰਫ ਮੈਂ ਹੀ ਹਾਂ, ਹੋਰ ਹੈ ਨਹੀਂ ਕੋਈ। ਆਕਾਸ਼ਵਾਣੀ ਹੋਈ, ਭਗਵਾਨ ਨੇ ਆਖਿਆ ਬਈ ਮੈਂ ਇਹਦਾ ਕਰਤਾ ਧਰਤਾ, ਤੂੰ ਤੇ ਇਸ ਕਮਲ ਦੀ ਡੰਡੀ ਵਿੱਚੋਂ ਪੈਦਾ ਹੋਇਆ। ਇਸ ਕਰਕੇ ਆਪਣੇ ਆਪ ਨੂੰ ਵੱਡਾ ਜਾਣ ਕੇ ਮਾਣ ਹੰਕਾਰ ਵਿੱਚ ਫਸਣ ਦੀ ਥਾਂ ਉੱਤੇ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ, ਜਸ ਕਰਨਾ ਚਾਹੀਦਾ। ਤੇ ਫਿਰ ਕਹਿਣ ਲੱਗਾ ਭਈ ਮੈਂ ਇਹ ਸਮਾਨ ਘਰ ਲੈ ਜਾਣਾ, ਜਿਹਦੇ ਘਰ ਜੋ ਕੁਝ ਸ੍ਰਿਸ਼ਟੀ ਦੀ ਰਚਨਾ ਵਾਹਿਗੁਰੂ ਨੇ ਕੀਤੀ ਹੋਈ, ਇਹਨੂੰ ਸੱਚਾਈ ਨੂੰ ਨਾ ਜਾਣ ਕੇ ਲੋਭ ਮੋਹ ਹਉਮੈ ਹੰਕਾਰ ਦੇ ਵਿਚਾਰਾਂ ਨੂੰ ਹਿਰਦੇ ਅੰਦਰ ਪਕਾਈ ਗਿਆ, ਹੋਰ ਵਿਚਾਰ ਆਉਂਦੀ ਗਈ ਇਹ ਸਭ ਕੁਝ ਮੈਂ ਕਰਤਾ ਧਰਤਾ। ਪਰਮਾਤਮਾ ਨੇ ਆਖਿਆ ਤੂੰ ਇਹ ਡੰਡੀ ਵਿੱਚੋਂ, ਕਮਲ ਦੀ ਚੋਂ ਪੈਦਾ ਹੋਇਆ। ਫਿਰ ਵਿਚਾਰ ਕਰਦਾ ਵੀ ਮੈਂ ਕਿਵੇਂ ਪੈਦਾ ਹੋ ਸਕਦਾ ਇਹਦੇ ਚੋਂ, ਹੈ ਤੇ ਬਹੁਤ ਮੇਰਾ ਵੱਡਾ ਸਰੀਰ ਆ। ਤੇ ਫਿਰ ਕਹਿੰਦਾ ਲੱਤ ਮਾਰ ਕੇ ਵੇਖਦੇ ਆ, ਇਹ ਡੰਡੀ ਮੇਰੀ ਸੱਟ ਨੂੰ ਝੱਲਦੀ ਆ। ਫਿਰ ਕੋਈ ਅਸਰ ਨਾ ਹੋਇਆ ਤੇ ਗੁੱਸੇ 'ਚ ਆ ਕੇ ਹੋਰ ਲੱਤ ਮਾਰੀ ਤੇ ਉਸੇ ਹੀ ਡੰਡੀ ਦੇ ਵਿੱਚੋਂ ਪ੍ਰਵੇਸ਼ ਕਰ ਗਿਆ। ਕਿੰਨੇ ਯੁੱਗ ਫਿਰ ਉਹਦੇ ਵਿੱਚ ਤੁਰਿਆ ਰਿਹਾ, ਜਿੱਦਾਂ ਆਕਾਸ਼ ਤੋਂ ਮਨੁੱਖ ਡਿੱਗਦਾ ਮੁੱਦਾ ਸਿੱਧਾ, ਜਿਵੇਂ ਖੂਹ ਵਿੱਚ ਡਿੱਗਦਾ ਜਿਹਦਾ ਕੋਈ ਲੱਜ ਡੋਲ ਨਾ ਹੋਵੇ। ਇਸ ਤਰ੍ਹਾਂ ਕਈ ਯੁੱਗ ਉਹਦੇ ਵਿੱਚ ਰਿਹਾ। ਫਿਰ ਅਰਦਾਸ ਕੀਤੀ ਭਗਵਾਨ ਅੱਗੇ, ਤੇ ਫਿਰ ਉਸੇ ਫੁੱਲ ਉੱਤੇ ਬੈਠਾ ਹੋਇਆ। ਆਪਾਂ ਵੀ ਵਿਚਾਰ ਕਰਨੀ ਸਾਰਿਆਂ ਵੀ ਪਰਮਾਤਮਾ ਨੂੰ ਜਦੋਂ ਕੋਈ ਚੇਤਾ ਕਰੇ, ਜੇ ਸਮੇਂ ਚੇਤਾ ਕਰੇ, ਜੇ ਸਮੇਂ ਗੁਰੂ ਗਿਆਨ ਦ੍ਰਿੜ ਕਰ ਲਵੇ, ਉਸੇ ਵੇਲੇ ਪਰਮੇਸ਼ਰ ਹਾਜ਼ਰ ਆ। ਉਸੇ ਵੇਲੇ ਉਹਦੇ ਸਾਰੇ ਦੁੱਖ ਜਿਹੜੇ ਦੂਰ ਆ। ਤੇ ਜਿੰਨਾ ਚਿਰ ਮੈਂ ਮੇਰੀ ਕਹਿ ਕੇ ਹੰਕਾਰ ਹਉਮੈ ਵਿੱਚ ਫਸਿਆ ਰਹਿੰਦਾ, ਉਹਨਾਂ ਚਿਰ ਉਹ ਪਰਮਾਤਮਾ ਤੋਂ ਦੂਰ ਆ ਤੇ ਦੁਖੀ। ਸਾਰੇ ਆਪੇ ਚਾਹੁੰਦੇ ਭਾਵੇਂ ਸੁੱਖ ਮਿਲ ਜਾਵੇ, ਕੋਈ ਦੁੱਖ ਮੰਗਦਾ ਨਹੀਂ, ਸੁੱਖ ਮੰਗਦਾ। ਤੇ ਪੂਰਨ ਸੁੱਖ ਤਾਂ ਪ੍ਰਾਪਤ ਹੁੰਦਾ ਜੇ ਪਰਮੇਸ਼ਰ ਦੇ ਗੁਣ ਗਾਏ ਜਾਣ, ਨਾਮ ਜਪਿਆ ਜਾਵੇ। ਕਿਉਂਕਿ ਸਤਿਗੁਰੂ ਆਪਣਾ ਤਜਰਬਾ ਦੱਸ ਰਿਹਾ, ਸਾਨੂੰ ਕਹਿੰਦੇ ਸਦਾ ਸੁਖੀ ਰਹਿਣਾ ਚਾਹੁੰਦੇ ਜੋ, ਤੇ ਫਿਰ ਪਰਮੇਸ਼ਰ ਦਾ ਜਾਪ ਕਰੋ। ਜਿਸ ਕੇ ਜੀ ਤਿਨ ਕੀਏ ਸੁਖਾਲੇ, ਭਗਤ ਜਨਾਂ ਕੋ ਸਾਚਾ ਤਾਣ। ਭਗਤ ਲੋਕ ਪਰਮਾਤਮਾ ਦਾ ਜਸ ਕਰਨ ਵਾਲੇ, ਵਾਹਿਗੁਰੂ ਦੀ ਰਚੀ ਹੋਈ ਰਚਨਾ, ਇਹ ਸਾਰੇ ਜੀਵ, ਇਹਨਾਂ ਵਿੱਚੋਂ ਉਹ ਸੁੱਖ ਹੋਏ ਜਿਨ੍ਹਾਂ ਨੇ ਪਰਮਾਤਮਾ ਦਾ ਓਟ ਆਸਰਾ ਲਿਆ, ਜਿਨ੍ਹਾਂ ਨੇ ਮਾਇਆ ਦਾ ਓਟ ਆਸਰਾ ਨਹੀਂ ਲਿਆ। ਉਸ ਪਰਮਾਤਮਾ ਨੂੰ ਮਾਣ ਸਮਝਦੇ, ਤਾਣ ਸਮਝਦੇ, ਓਟ ਆਸਰਾ ਸਮਝਦੇ। ਦਾਸ ਆਪਣੇ ਕੀ ਆਪੇ ਰਾਖੀ, ਭੈ ਭੰਜਨ ਉੱਪਰ ਕਰਤੇ ਮਾਣ। ਹੇ ਪਰਮਾਤਮਾ, ਤੂੰ ਭੈ ਨੂੰ ਦੂਰ ਕਰਨ ਵਾਲਾ, ਸਦਾ ਸੁਖੀ ਕਰਨ ਵਾਲਾ,
ਮੈਨੂੰ ਸਿਰਫ ਤੇਰੇ ਉੱਪਰ ਹੀ ਮਾਣ ਆ, ਕਿਉਂਕਿ ਇਹ ਭਵਜਲ ਸੰਸਾਰ ਦੇ ਦੁੱਖਾਂ ਤੋਂ ਦੂਰ ਕਰਨ ਵਾਲਾ ਸਿਰਫ ਤੂੰ ਹੀ ਆ। ਇਸ ਦੁੱਖ ਰੂਪ ਸੰਸਾਰ ਦੇ ਡਰ ਤੋਂ ਕੱਢਣ ਵਾਲਾ ਇਹ ਪਰਮਾਤਮਾ ਸਿਰਫ ਤੂੰ ਆ। ਆਪ ਹੀ ਤੂੰ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਜਿਹਦੇ ਨਾਲ ਮੇਰਾ ਉਧਾਰ ਹੋਇਆ। ਭਈ ਮਤਰਾਈ ਮਿਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਸ਼ਾਨ। ਪਰਮਾਤਮਾ ਨਾਲ ਸਾਂਝ ਬਣ ਗਈ। ਦੁਸ਼ਟਾਂ ਨਾਲੋਂ ਮਨ ਜਿਹੜਾ ਉਹ ਦੂਰ ਹੋ ਗਿਆ। ਬੁਰੇ ਵਿਚਾਰ ਹਿਰਦੇ ਅੰਦਰੋਂ ਕੱਢ ਦਿੱਤੇ, ਜਿਹੜੀਆਂ ਵਾਸ਼ਨਾਵਾਂ ਕਰਕੇ ਸੁੱਖ ਨਹੀਂ ਸੀ ਮਿਲ ਰਿਹਾ, ਉਹ ਹਿਰਦੇ ਵਿੱਚੋਂ ਕੱਢ ਦਿੱਤੇ। ਬੁਰਾਈਆਂ ਦੇ ਖਿਆਲ, ਕਾਮਨਾਵਾਂ ਦੇ ਖਿਆਲ, ਇਹ ਭਰਮ ਜਿਹੜਾ ਜਨਮ ਤੋਂ ਮਨੁੱਖ ਨੂੰ ਬਣਿਆ ਹੋਇਆ, ਇਹ ਤਦ ਦੂਰ ਹੁੰਦਾ ਜੇ ਗੁਰੂ ਦੇ ਵਚਨਾਂ ਨੂੰ ਸਤ ਕਰਕੇ ਭਾਣਾ, ਸਤ ਕਰਕੇ ਮੰਨੇ, ਤੇ ਫਿਰ ਦੁੱਖ ਦੇਣ ਵਾਲੇ ਲੋਭ ਮੋਹ ਆਦਿਕ ਵਿਕਾਰ ਜਿਹੜੇ, ਉਹ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਕਰਕੇ, ਗੁਰੂ ਉਪਦੇਸ਼ ਕਰਕੇ, ਉਹ ਦੁੱਖ ਦੇਣ ਵਾਲੇ ਦੂਤ ਜਿਹੜੇ ਉਹ ਖਤਮ ਹੋ ਜਾਂਦੇ, ਮੁੱਕ ਜਾਂਦੇ, ਦੁਖੀ ਨਹੀਂ ਕਰਦੇ। ਕਿਵੇਂ? ਭਈ ਮਤਰਾਈ, ਪਰਮਾਤਮਾ ਨਾਲ ਸਾਂਝ ਬਣ ਗਈ। ਹੁਣ ਮਿੱਤਰਤਾ ਹੀ ਪਰਮੇਸ਼ਰ ਨਾਲ ਆ। ਹੁਣ ਵਾਹਿਗੁਰੂ ਦਾ, ਪਰਮਾਤਮਾ ਦਾ ਜਸ ਹਿਰਦੇ ਅੰਦਰ ਆ। ਬਾਰ ਬਾਰ ਗੁਰੂ ਗੁਰੂ ਜਪਦਿਆਂ ਜਪਦਿਆਂ ਪਰਮਾਤਮਾ ਨੇ ਕਿਰਪਾ ਬਖਸ਼ਿਸ਼ ਕੀਤੀ, ਨੇੜ ਪਰਮੇਸ਼ਰ ਨਾਲ ਹੋ ਗਿਆ, ਮਾਇਆ ਦਾ ਨੇੜ ਟੁੱਟ ਗਿਆ। ਜਿਹਦਾ ਜਿੰਨਾ ਨੇੜ ਟੁੱਟ ਗਿਆ ਮਾਇਆ ਦਾ, ਓਨਾ ਉਹ ਸੁਖੀ ਆ। ਤੇ ਜਿਹਨੂੰ ਇਸ ਤਰ੍ਹਾਂ ਲੱਗਦਾ ਵੀ ਘਰ ਬਾਹਰ ਚਲਾਉਣ ਵਾਲਾ ਮੈਂ ਹਾਂ, ਉਹਦੇ ਤੇ ਫਿਰ ਪਰਮਾਤਮਾ ਦੀ ਪੂਰਨ ਕਿਰਪਾ ਨਹੀਂ। ਪੂਰਨ ਕਿਰਪਾ ਉਸੇ ਤੇ ਜਿਹਨੂੰ ਇਹ ਸਮਝ ਪੈ ਜਾਵੇ ਵੀ ਪਰਮਾਤਮਾ ਹੀ ਸ੍ਰਿਸ਼ਟੀ ਦਾ ਰਚਨਹਾਰ ਆ, ਪਰਮਾਤਮਾ ਹੀ ਸਭ ਜੀਵਨ ਭੋਜਨ ਦੇ ਰਿਹਾ, ਪਰਮੇਸ਼ਰ ਹੀ ਹਰ ਇੱਕ ਦੀ ਰਾਖੀ ਕਰ ਰਿਹਾ। ਤੇ ਜੇ ਕਹੇ ਨਹੀਂ ਮੇਰੇ ਤੋਂ ਬਿਨਾਂ ਨਹੀਂ ਕੰਮ ਚੱਲਦਾ, ਘਰ ਚੱਲਦਾ, ਇਹਦਾ ਮਤਲਬ ਫਿਰ ਪੂਰਨ ਗੁਰੂ ਦੇ ਪਾਵਨ ਬਚਨ ਜਿਹੜੇ ਉਹ ਹਾਲੀ ਹਿਰਦੇ ਅੰਦਰ ਚੰਗੇ ਨਹੀਂ ਲੱਗੇ, ਕਿਉਂਕਿ ਪਰਮਾਤਮਾ ਤੇ ਓਟ ਆਸਰਾ ਨਹੀਂ ਹੈ। ਤ੍ਰੈਗੁਣੀ ਮਾਇਆ ਨਾਲ ਸੰਬੰਧ ਜੋੜਿਆ ਹੋਇਆ, ਇਸ ਕਰਕੇ ਚਿੰਤਾਵਾਂ ਦੁਖੀ ਕਰਦੀਆਂ ਨਿੰਦੀਆਂ। ਦਾਸ ਭਈ ਮਤਰਾਈ ਮਿਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਸ਼ਾਨ। ਸੂਖ ਸਹਿਜ ਆਨੰਦ ਕਨੇਰੇ, ਨਾਨਕ ਜੀਵੇ ਹਰ ਗੁਣੇ ਵਖਾਣ। ਮਹਾਨ ਸੁੱਖ ਦੀ ਪ੍ਰਾਪਤੀ ਹੋਈ। ਸੁੱਖ ਪ੍ਰਾਪਤ ਹੋਇਆ ਜਦੋਂ ਸੰਸਾਰ ਕਲਾਂਝਾ ਗਲੋਂ ਲਹਿ ਗਿਆ। ਗੁਰਦੇਵ ਕਹਿੰਦੇ ਮੈਂ ਪਰਮਾਤਮਾ ਦੇ ਗੁਣ ਗਾਉਂਦਾ ਹੋਇਆ ਸੁਖੀ। ਜਿਹੜੇ ਪਰਮਾਤਮਾ ਦੇ ਗੁਣ ਨਹੀਂ ਗਾਉਂਦੇ, ਮਾਇਆ ਦੇ ਗੁਣ ਗਾਉਂਦੇ, ਉਹ ਦੁਖੀ ਆ। ਜਿਨ੍ਹਾਂ ਨੂੰ ਚਿੰਤਾਵਾਂ ਘਰ ਦੀਆਂ ਸਤਾਉਂਦੀਆਂ, ਉਹ ਦੁਖੀ ਆ। ਜਿਹੜੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਾਣਦੇ ਵੀ ਕਰਨ ਕਰਾਉਣਹਾਰ ਸੁਆਮੀ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕਰਨ ਕਾਰਨ ਹੈ ਨਹੀਂ, ਕਰਤਾ ਪੁਰਖ ਪਰਮੇਸ਼ਰ ਹੀ ਹੈ, ਫਿਰ ਉਹ ਅੰਤਰਜਾਮੀ ਵੀ ਹੈ। ਜਦੋਂ ਸਾਨੂੰ ਵੀ ਸਮਝ ਪੈ ਗਈ, ਜਿਵੇਂ ਬ੍ਰਹਮਾ ਦਾ ਦ੍ਰਿਸ਼ਟਾਂਤ ਦੇ ਕੇ ਗੁਰਦੇਵ ਨੇ ਸਮਝਾਉਣ ਦਾ ਯਤਨ ਕੀਤਾ, ਤੇ ਜਿੰਨਾ ਚਿਰ ਤੱਕ ਤੇ ਮੈਂ ਮੇਰੀ ਵਿੱਚ ਲੱਗਾ ਹੋਇਆ ਸੀ, ਉਹਨਾਂ ਚਿਰ ਤੇ ਦੁਖੀ ਸੀ। ਕਈ ਯੁੱਗ ਦੁਖੀ ਰਿਹਾ, ਤੇ ਜਿਉਂ ਹੀ ਪਰਮਾਤਮਾ ਦਾ ਆਸਰਾ ਲਿਆ, ਉਸ ਵੇਲੇ ਸੁਖੀ ਹੋ ਗਿਆ। ਆਪਾਂ ਵੀ ਪਰਮੇਸ਼ਰ ਦਾ ਆਸਰਾ ਲਈਏ, ਹੁਣ ਹੀ ਤੇ ਅੱਜ ਹੀ ਸੁਖੀ ਹਾਂ। ਤੇ ਜੇ ਸਾਨੂੰ ਵੀ ਪਰਮ ਚਿੰਤਾਵਾਂ ਸਤਾਉਣ ਤੇ ਫਿਰ ਅਸੀਂ ਦੁਖੀ ਹਾਂ। ਇਹ ਦੁਖੀ ਹੋਣਾ ਜਾਂ ਸੁਖੀ ਹੋਣਾ ਸਾਡਾ ਆਪਣਾ ਕੰਮ। ਗੰਦਲੇ ਵਿਚਾਰ ਦੁਖੀ ਕਰਦੇ, ਉੱਤਮ ਵਿਚਾਰ ਸੁਖੀ ਕਰਦੇ। ਸੁਖ ਸਿਰਫ ਵਿਚਾਰ ਵਿੱਚ ਹੈ। ਗੋਬਿੰਦ ਸਿਮਰ ਹੋਆ ਕਲਿਆਣ,
ਗੋਬਿੰਦ ਸਿਮਰ ਹੋਆ ਕਲਿਆਣ। 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 ਮਿਟੀ ਉਪਾਦ ਭਇਆ ਸੁਖ ਸਾਚਾ। 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 ਅੰਤਰਜਾਮੀ ਸਿਮਰਿਆ ਜਾਣ। ਅੰਤਰਜਾਮੀ ਸਿਮਰਿਆ ਜਾਣ। ਅੰਤਰਜਾਮੀ ਸਿਮਰਿਆ ਜਾਣ। ਅੰਤਰਜਾਮੀ ਸਿਮਰਿਆ ਜਾਣ। ਇਸ ਤਰੀਕੇ ਨਾਲ ਸਤਿਗੁਰ ਕਹਿੰਦੇ ਤੁਸੀਂ ਵੀ ਉਸ ਭਗਵਾਨ ਨੂੰ ਚੇਤੇ ਕਰੋ। ਤੁਸੀਂ ਵੀ ਅੰਤਰਜਾਮੀ ਪਰਮਾਤਮਾ ਨੂੰ ਯਾਦ ਕਰੋ। ਆਪਾਂ ਵੀ ਚੇਤੇ ਕਰੀਏ ਇਸ ਪ੍ਰਭੂ ਨੂੰ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।